130 ਕਰੋੜ ਭਾਰਤੀਆਂ ਦੇ ਉੱਤੇ ਹਿੰਦੂਤਵ ਸ਼ਬਦ ਲੱਗਦਾ ਹੈ। RSS ਦੇ ਮੁਖੀ ਮੋਹਨ ਭਾਗਵਤ ਦਾ ਅਜਿਹਾ ਕਹਿ ਦੇਣਾ ਅੱਜ ਦੇ ਸਮੇਂ ਦੇ ਵਿੱਚ ਕੀ ਦਰਸਾਉਂਦਾ? ਇਸ ਸੰਵਿਧਾਨ ਦੇ ਵੀ ਖਿਲਾਫ ਹੈਗੀ ਹੈ ਜਿਹੜੀ ਇਹ ਗੱਲ ਕਰਦੇ ਹੈਗੇ ਨੇ। ਕੀ ਤੁਹਾਨੂੰ ਕਦੀ ਕਿਸੇ ਨੇ ਕੋਈ ਕਿਹਾ ਹੈ ਕਿ ਯੂਕੇ ਦੇ ਰਹਿਣ ਵਾਲੇ ਸਾਰੇ ਸਿਟੀਜ਼ਨ ਕ੍ਰਿਸਚੀਅਨ ਨੇ? ਜਦੋਂ ਦੋ ਧਰਮ ਆਪਣੀਆਂ ਹੱਦਾਂ ਪਾਰ ਕਰਕੇ ਦੂਸਰੇ ਦੇ ਵਿੱਚ ਜਾਂਦੇ ਨੇ ਤੇ ਮਾਹੌਲ ਫਿਰ ਖਰਾਬ ਹੁੰਦਾ ਹੈ। ਜੇ ਤੁਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿੰਦੇ ਆ ਤੇ ਫਿਰ ਖਾਲਿਸਤਾਨ ਦੀਆਂ ਗੱਲਾਂ ਵੀ ਨਾਲ ਆਉਂਦੀਆਂ ਨੇ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਚਾਹੇ ਉਹ ਮੁਸਲਿਮ ਲੀਗ ਹੋਵੇ, ਅੰਗਰੇਜ਼ ਹੋਣ ਜਾਂ ਆਪਾਂ ਕਹਿ ਲਈਏ ਕਿ ਬਾਹਰਲੀਆਂ ਤਾਕਤਾਂ ਹੋਣ, ਉਹਨਾਂ ਨੇ ਸਿੱਖਾਂ ਨੂੰ ਵੱਖਰੀ ਕੌਮ ਜਿਹੜੀ ਹੈ ਤਸਦੀਕ ਕੀਤਾ ਹੈ ਕਿ ਕਿਸਾਨ ਘੱਟ ਨਹੀਂ ਹੋਏ ਆਪਣੇ ਜੋਸ਼ ਨੂੰ ਲੈ ਕੇ। ਭਾਵੇਂ ਦਿੱਲੀ 'ਚ ਕੀਤੀ ਗਈ ਬੈਠਕ ਹੋਵੇ ਜਾਂ ਰੇਲ ਗੱਡੀਆਂ ਨੂੰ ਲੈ ਕੇ ਹਲੇ ਬਿਆਨ ਦਿੱਤਾ ਗਿਆ ਹੋਵੇ, ਭਾਵੇਂ ਮੁੱਖ ਮੰਤਰੀ ਵੱਲੋਂ ਚਾਹੇ ਕੇਂਦਰ ਵੱਲੋਂ। ਜੋ ਕਿ ਹਾਲਾਤ ਉਹ ਇਹ ਬਣ ਰਹੇ ਨੇ ਕਿ ਸੈਂਟਰ ਵਰਸਸ ਜਿਹੜਾ ਪੰਜਾਬ ਹੁਣ ਹੋ ਚੁੱਕੀ ਹੈ। ਇਸ ਬਾਬਤ ਦਵਾਂਗੇ ਤੁਹਾਨੂੰ ਜਾਣਕਾਰੀ ਅਤੇ ਨਾਲ ਹੀ ਥੋੜਾ ਕਰਾਂਗੇ ਵਿਸ਼ਲੇਸ਼ਣ। ਨਾਲ ਹੀ ਕਿਸਾਨੀ ਮੋਰਚੇ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਇਹ ਸੰਘਰਸ਼ ਅੱਗੇ ਚੱਲ ਰਿਹਾ ਹੈ, ਇਸ ਬਾਬਤ ਵੀ ਰੋਸ਼ਨੀ ਪਾਵਾਂਗੇ। ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਮੀਡੀਆ ਵਾਚ ਦੇ ਵਿੱਚ। ਮੈਂ ਮਨਪ੍ਰੀਤ ਸਿੰਘ ਸਵਾਗਤ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕ ਜੋ ਹਮੇਸ਼ਾ ਦੀ ਤਰ੍ਹਾਂ ਮੀਡੀਆ ਵਾਚ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਹਮੇਸ਼ਾ ਖਬਰਾਂ ਦੇ ਨਾਲ ਵਿਸ਼ਲੇਸ਼ਣ ਜੋ ਕੀਤਾ ਜਾਂਦਾ, ਜੋ ਤੁਸੀਂ ਉਸ ਨੂੰ ਪਸੰਦ ਕਰਦੇ ਹੋ, ਧੰਨਵਾਦ ਕਰਦੇ ਹਾਂ ਜੀ ਤੁਹਾਡਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸਾਡੇ ਮੀਡੀਆ ਐਕਸਪਰਟ ਸਰਦਾਰ ਜਗਜੀਤ ਸਿੰਘ ਜੀ ਮੌਜੂਦ ਨੇ, ਉਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਜੀਤ ਸਿੰਘ ਜੀ, ਜਿੱਥੇ ਅਸੀਂ ਗੱਲ ਕਰ ਰਹੇ ਹਾਂ ਅੱਜ ਦੀਆਂ ਖਬਰਾਂ ਦੀ, ਤੇ ਭਾਰਤ ਇੱਕ ਹਿੰਦੂ ਰਾਸ਼ਟਰ ਹੈ। ਇਹਨੂੰ ਅਸੀਂ ਇੱਕ ਪੰਕਤੀ ਨਾਲ ਵੇਖੀਏ, ਬੋਲਣਾ ਕਾਫੀ ਆਸਾਨ ਹੈ, ਲੇਕਿਨ ਇਸ ਦੇ ਪਿੱਛੇ ਲੁਕਿਆ ਹੋਇਆ ਜੋ ਗਹਿਰਾਈ ਹੈ, ਜੋ ਗਹਿਰਾਈ ਮੋਹਨ ਭਾਗਵਤ ਦੱਸਦੇ ਨੇ, ਕਾਫੀ ਵੱਡੀ ਹੈ। 130 ਕਰੋੜ ਭਾਰਤੀਆਂ ਦੇ ਉੱਤੇ ਹਿੰਦੂਤਵ ਸ਼ਬਦ ਲੱਗਦਾ ਹੈ। RSS ਦੇ ਮੁਖੀ ਮੋਹਨ ਭਾਗਵਤ ਦਾ ਅਜਿਹਾ ਕਹਿ ਦੇਣਾ ਅੱਜ ਦੇ ਸਮੇਂ ਦੇ ਵਿੱਚ ਕੀ ਦਰਸਾਉਂਦਾ? ਬਿਲਕੁਲ ਜੀ, ਸਮੇਂ-ਸਮੇਂ ਤੇ ਜਿਹੜਾ ਹੈਗਾ ਇਹਨਾਂ ਵੱਲੋਂ ਇਸ ਤਰ੍ਹਾਂ ਦੀਆਂ ਜਿਹੜੇ ਬਿਆਨਬਾਜ਼ੀ ਇਹ ਕੀਤੀ ਜਾਂਦੀ ਹੈ। ਔਰ ਦਰਸ਼ਕਾਂ ਨੂੰ ਦੱਸ ਲਈਏ ਕਿ ਕਿਤੇ ਨਾ ਕਿਤੇ ਜਦੋਂ ਅਸੀਂ ਸਾਰੀ ਚੀਜ਼ ਚੈੱਕ ਕਰਦੇ ਹਾਂ ਤੇ ਆਪਣੇ ਆਪ ਦੇ ਵਿੱਚ ਇਸ ਸੰਵਿਧਾਨ ਦੇ ਵੀ ਖਿਲਾਫ ਹੈਗੀ ਹੈ ਜਿਹੜੀ ਇਹ ਗੱਲ ਕਰਦੇ ਹੈਗੇ ਨੇ। ਔਰ ਬਾਰ-ਬਾਰ ਜਿਹੜਾ ਹੈਗਾ RSS ਦੀਆਂ ਜਿਹੜੀਆਂ ਨੀਤੀਆਂ ਰਹੀਆਂ ਨੇ, ਉਹਨਾਂ ਵੱਲੋਂ ਜਿਹੜੀਆਂ ਨਾ ਕਹੀਏ ਕਿ ਸਾਰਿਆਂ ਨੂੰ ਜਜ਼ਬ ਕਰਨ ਦੀ ਜਿਹੜੀ ਨੀਤੀ ਹੈ ਉਹ ਬਾਰ-ਬਾਰ ਜਿਹੜੀ ਵਰਤੀ ਜਾਂਦੀ ਹੈ, ਔਰ ਉਸੇ ਦੇ ਅਧੀਨ ਜਿਹੜਾ ਹੈ ਇਹ ਬਾਰ-ਬਾਰ ਇਹੀ ਪੈਂਤੜਾ ਖੇਡਦੇ ਨੇ। ਤੇ ਇਸ ਦੇ ਵਿੱਚ ਜਦੋਂ ਅਸੀਂ ਹੋਰ ਥੋੜੀ ਜਿਹੀ ਦੀ ਘੋਖ ਕਰਦੇ ਹਾਂ ਨਾ, ਤੇ ਸਰਦਾਰ ਕੁਲਬੀਰ ਸਿੰਘ ਕੌੜਾ ਉਹਨਾਂ ਦੀ ਕਿਤਾਬ ਹੈਗੀ ਆ ਤੇ ਸਿੱਖ ਵੀ ਨਿਕਲਿਆ ਗਿਆ। ਔਰ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਇਹ ਕੰਮ ਸ਼ੁਰੂ ਹੋਇਆ ਨਾ ਸਟਾਰਟਿੰਗ ਦੇ ਵਿੱਚ, ਤੇ ਉਦੋਂ ਸਿੱਖਾਂ ਨੇ ਥੋੜਾ ਬਹੁਤਾ ਇਸ ਚੀਜ਼ ਦਾ ਨੋਟਿਸ ਲਿਆ ਕਿ ਜਦੋਂ ਸਿੱਖਾਂ ਨੂੰ ਇਸ ਤਰ੍ਹਾਂ ਦੇ ਬਾਰ-ਬਾਰ ਸਟੇਟਮੈਂਟਸ ਆਉਣ ਲੱਗੀਆਂ, ਤੇ ਬਾਅਦ ਦੇ ਵਿੱਚ ਹੌਲੀ-ਹੌਲੀ ਜਿਹੜਾ ਹੈਗਾ ਇਹ ਨੋਟਿਸ ਲੈਣਾ ਘਟਦਾ ਜਾਂਦਾ ਰਿਹਾ। ਹੁਣ ਇਹ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਬਾਰ-ਬਾਰ ਕਹਿੰਦੇ ਰਹਿੰਦੇ ਆ ਤੇ ਉਹ ਆਪਣੇ ਆਪ ਦੇ ਵਿੱਚ ਹੀ ਕਿਤੇ ਨਾ ਕਿਤੇ ਪੱਕੀ ਹੋ ਜਾਂਦੀ ਹੈ, ਜਾਂ ਕੁਝ ਸ਼ਹਿਰੀ ਬੱਸੋਂ ਵਾਲੇ ਜਾਂ ਕਹਿ ਲਈਏ ਕਿ ਪੰਜਾਬ ਤੋਂ ਬਾਹਰ ਵਾਲੇ ਸਿੱਖਾਂ ਨੇ ਇਹ ਚੀਜ਼ ਨੂੰ ਕਿਤੇ ਨਾ ਕਿਤੇ ਮੰਨ ਵੀ ਲਿਆ ਹੋਇਆ, ਜੇ ਆਪਾਂ ਕਹਿ ਲਈਏ, ਤੇ ਉਹ ਇੰਨੀ ਜ਼ਿਆਦਾ ਕੋਈ ਆਪਣੀ ਵੱਖਰੀ ਪਛਾਣ ਨੂੰ ਲੈ ਕੇ, ਆਪਣੀ ਸਿੱਖੀ ਨੂੰ ਲੈ ਕੇ, ਆਪਣੀ ਕੌਮੀਅਤ ਨੂੰ ਲੈ ਕੇ ਇੰਨੀ ਜ਼ਿਆਦਾ ਜਿਹੜੀ ਹੈਗੀ ਆ ਭਾਵਨਾ ਉਹ ਨਹੀਂ ਦਿਖਾਉਂਦੇ ਹੈਗੇ, ਜਿਹੜੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗੀ ਆ। ਪਰ ਜਿਹੜੀ ਇੱਕ ਗੱਲ ਇਹ ਵੀ ਹੁਣ ਸਾਹਮਣੇ ਆਈ ਹੈ ਕਿ ਇਸ ਵਾਰ ਜਦੋਂ ਉਹਨਾਂ ਦਾ ਬਿਆਨ ਆਇਆ ਤੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਘਬੀਰ ਸਿੰਘ ਉਹਨਾਂ ਵੱਲੋਂ ਸਟੇਟ ਵਿੱਚ ਜਿਹੜਾ ਬਿਆਨ ਜਾਰੀ ਕੀਤਾ ਗਿਆ ਕਿ ਇਸ ਤਰੀਕੇ ਦੀ ਜਿਹੜੇ ਭੜਕਾਊ ਭਾਸ਼ਣ ਨਾ ਕੀਤੇ ਜਾਣ, ਸਿੱਖ ਇੱਕ ਵੱਖਰੀ ਕੌਮ ਹੈ। ਔਰ ਬੜਾ ਸ਼ਲਾਘਾਯੋਗ ਜਿਹੜਾ ਹੈਗਾ, ਕਿਉਂਕਿ ਕਈ ਵਾਰ ਅਸੀਂ ਹੁੰਦਾ ਕਿ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੀ ਕਰਦੇ ਰਹਿੰਦੇ ਆ, ਪਰ ਉਹਨਾਂ ਦਾ ਜਿਹੜਾ ਬਿਆਨ ਹੈਗਾ ਬਹੁਤ ਸਵਾਗਤਯੋਗ ਹੈਗਾ। ਔਰ ਇਸ ਤਰੀਕੇ ਦੇ ਜਿਹੜੇ ਬਿਆਨਬਾਜ਼ੀ ਹੈ ਨਹੀਂ ਕਰੀ ਜਾਣੀ ਚਾਹੀਦੀ। ਜੇ ਆਪਾਂ ਕਹੀਏ ਕਿ ਜਦੋਂ ਅਸੀਂ ਬਾਰ-ਬਾਰ ਇਹ ਕਹਿੰਦੇ ਹਾਂ ਕਿ ਇੰਡੀਆ ਡੈਮੋਕ੍ਰੇਸੀ ਹੈ, ਹੁਣ ਤੁਸੀਂ ਆਪ ਹੀ ਦੇਖੋ ਵੀ ਕਿਸ ਤਰੀਕੇ ਦੀ ਜਿਹੜੀ ਡੈਮੋਕ੍ਰੇਸੀ ਹੈ ਜਿਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਹੈਗਾ ਉਹ ਸਾਰਿਆਂ ਨੂੰ ਥੋਪ ਰਹੇ ਆ। ਹੁਣ ਅਮਨਪ੍ਰੀਤ ਸਿੰਘ ਜੀ, ਤੁਸੀਂ ਇੱਥੇ ਯੂਕੇ ਦੇ ਵਿੱਚ ਰਹਿੰਦੇ ਹੋ, ਕੀ ਤੁਹਾਨੂੰ ਕਦੀ ਕਿਸੇ ਨੇ ਕੋਈ ਕਿਹਾ ਹੈ ਕਿ ਯੂਕੇ ਦੇ ਰਹਿਣ ਵਾਲੇ ਸਾਰੇ ਸਿਟੀਜ਼ਨ ਕ੍ਰਿਸਚੀਅਨ ਨੇ? ਜਾਂ ਕਦੇ ਅਮਰੀਕਾ ਵਾਲੇ ਨੇ ਕਿਹਾ ਹੋਵੇ, ਜਾਂ ਕਿਤੇ ਯੂਰੋਪੀਅਨ ਮੁਲਕ ਦੇ ਵਿੱਚ ਰਹਿਣ ਵਾਲੇ ਦੇ ਕਿਸੇ ਦੇ ਇਸ ਤਰੀਕੇ ਦੀ ਚੀਜ਼ ਥੋਪੀ ਗਈ ਹੋਵੇ ਕਿ ਭਾਈ ਤੁਸੀਂ ਜਿਹੜੇ ਹੈਗੇ ਸਾਰੇ ਇੱਥੇ ਰਹਿੰਦੇ ਹੋ, ਤੁਸੀਂ ਸਾਰੇ ਇੱਥੇ ਕ੍ਰਿਸਚੀਅਨ ਹੋ? ਇਸ ਤਰ੍ਹਾਂ ਕਦੀ ਵੀ ਨਹੀਂ ਹੁੰਦਾ, ਕਿਉਂਕਿ ਜਿਹੜਾ ਧਰਮ ਹੈਗਾ ਤੁਹਾਡਾ ਪਰਸਨਲ ਮੁੱਦਾ ਹੈਗਾ, ਤੁਹਾਡੀ ਆਪਣੀ ਕੌਮੀਅਤ ਹੈਗੀ, ਔਰ ਸਾਡਾ ਇਹਨਾਂ ਦੇ ਨਾਲ ਕੋਈ ਵੀ ਚੀਜ਼ ਸਾਂਝੀ ਨਹੀਂ ਹੈਗੀ। ਸਾਡਾ ਇਸ਼ਟ ਵੱਖਰਾ ਹੈਗਾ, ਸਾਡੇ ਗੁਰੂ ਸਾਹਿਬ ਵੱਖਰੇ ਆ, ਸਾਡੇ ਸ਼ਹੀਦ ਵੱਖਰੇ ਆ, ਸਾਡੇ ਰੋਲ ਮਾਡਲ ਵੱਖਰੇ ਆ। ਕਿਉਂਕਿ ਜਿਨ੍ਹਾਂ ਨੂੰ ਅਸੀਂ ਸ਼ਹੀਦ ਕਹਿੰਦੇ ਆ, ਜਿਨ੍ਹਾਂ ਨੂੰ ਅਸੀਂ ਰੋਲ ਮਾਡਲ ਕਹਿੰਦੇ ਆ, ਅਜੋਕੇ ਸਮੇਂ ਤੁਸੀਂ ਉਹਨਾਂ ਨੂੰ ਅੱਤਵਾਦੀ ਕਹਿੰਦੇ ਹੋ। ਤੇ ਕਿੱਥੇ ਗਈਆਂ ਇਹ ਗੱਲਾਂ? ਜਾਂ ਤੇ ਇਹ ਸਾਰੀ ਕੁਝ ਸਾਨੂੰ ਸਾਹਮਣੇ ਟੇਬਲ ਤੇ ਬਹਿ ਕੇ ਸਮਝਾਓ, ਕਦੇ ਵੀ ਸਾਡੇ ਨਾਲ ਆ ਕੇ ਤੁਸੀਂ ਡਿਬੇਟ ਕਰੋ। ਇਸ ਤਰੀਕੇ ਦੀ ਜਿਹੜੀ ਬਿਆਨਬਾਜ਼ੀ ਹੈ ਆਪਣੇ ਆਪ ਦੇ ਵਿੱਚ ਆਪਾਂ ਕਹਿ ਲਈਏ ਕਿ
ਜਦੋਂ ਦੋ ਧਰਮ ਆਪਣੀਆਂ ਹੱਦਾਂ ਪਾਰ ਕਰਕੇ ਦੂਸਰੇ ਦੇ ਵਿੱਚ ਜਾਂਦੇ ਨੇ ਤੇ ਮਾਹੌਲ ਫਿਰ ਖਰਾਬ ਹੁੰਦਾ ਹੈ। ਇਸ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਇਹ ਨਹੀਂ ਕਰਨੀਆਂ ਚਾਹੀਦੀਆਂ ਔਰ ਬਾਰ-ਬਾਰ ਸਿੱਖ ਚਿੰਤਕਾਂ ਵੱਲੋਂ ਇਹ ਚੀਜ਼ ਨੂੰ ਜੇ ਆਪਾਂ ਕਹਿ ਲਈਏ ਕਿ ਨੋਟਿਸ 'ਚ ਲਿਆ ਜਾਂਦਾ ਔਰ ਕਈ ਵਾਰ ਦੇਖਿਆ ਕਿ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੇ ਖਿਲਾਫ ਜਦੋਂ ਇਸ ਤੇ ਅਸੀਂ ਭੜਕਾਊ ਭਾਸ਼ਣ ਕਰਾਂਗੇ ਤੇ ਫਿਰ ਉਹਦੇ ਜਿਹੜੇ ਨਤੀਜੇ ਕੀ ਨਿਕਲਣਗੇ, ਮਾਹੌਲ ਖਰਾਬ ਹੋਏਗਾ। ਬਿਲਕੁਲ ਜਗਜੀਤ ਸਿੰਘ ਜੀ, ਅਕਸਰ ਹੀ ਜਿਸ ਵੇਲੇ ਚੋਣਾਂ ਦਾ ਮਾਹੌਲ ਗਰਮ ਹੁੰਦਾ ਹੈ, ਚਰਮਪੰਥੀ ਆਗੂ RSS ਦੇ ਨਾਲ ਜੁੜੇ ਹੋਏ ਉਸ ਵੇਲੇ ਜ਼ਿਆਦਾ ਬਾਹਰ ਆ ਕੇ ਅਜਿਹੇ ਬਿਆਨਬਾਜ਼ੀਆਂ ਦਿੰਦੇ ਨੇ। ਭਾਵੇਂ ਅਸੀਂ ਕਹਿ ਲਈਏ ਕਿ ਜਿਹੜੇ ਇਲਾਕੇ ਦੇ ਵਿੱਚ ਚੋਣਾਂ ਹੋਣੀਆਂ, ਜਿਹੜੇ ਸੂਬੇ 'ਚ ਚੋਣ ਹੋਣੀ ਹੈ, ਉੱਥੇ ਤੁਹਾਡਾ ਦਬਦਬਾ ਪਹਿਲਾਂ ਤੋਂ ਹੈਗਾ, ਲੇਕਿਨ ਫਿਰ ਵੀ ਆਪਣੇ ਆਧਾਰ ਨੂੰ ਖੋਂਦਿਆਂ ਵੇਖ ਕੇ ਕੀ ਅਜਿਹੇ ਬਿਆਨ ਦਿੱਤੇ ਜਾਂਦੇ ਨੇ? ਅਜਿਹੇ ਬਿਆਨ ਜੇ ਆਪਾਂ ਦੇਖੀਏ ਨਾ, ਹੁਣ ਇਹਨੂੰ ਬਹੁਤ ਸਾਰੇ ਐਂਗਲ ਤੋਂ ਆਪਾਂ ਦੇਖ ਸਕਦੇ ਹਾਂ। ਪੰਜਾਬ ਦੇ ਵਿੱਚ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈਗਾ, ਜਿਹੜੇ ਕੁਛ ਆਪਾਂ ਕਹਿ ਲਈਏ ਨਾ ਚਿੰਤਕ ਇਸ ਨੂੰ ਉਹਦੇ ਨਾਲ ਵੀ ਜੋੜ ਰਹੇ ਨੇ। ਉਹ ਕਹਿੰਦੇ ਕਿ ਇਸ ਤਰ੍ਹਾਂ ਦੇ ਬਿਆਨ ਉਹਦੇ ਨਾਲ ਰਿਲੇਟਡ ਵੀ ਹੋ ਸਕਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੰਘਰਸ਼ ਨੂੰ ਜਿਹੜਾ ਬਦਨਾਮ ਕੀਤਾ ਜਾਵੇ। ਕਿਉਂਕਿ ਜਦੋਂ ਆਪਾਂ ਸੋਸ਼ਲ ਮੀਡੀਆ ਮੋਨੀਟਰ ਕਰਦੇ ਹਾਂ ਨਾ, ਤਾਂ ਉਹਦੇ 'ਚ ਇਹ ਵੀ ਗੱਲਾਂ ਆ ਰਹੀਆਂ ਨੇ ਕਿ ਜੇ ਭਾਰਤ ਨੂੰ ਹਿੰਦੂ ਰਾਸ਼ਟਰ ਕਹਿਣਾ, ਜੇ ਤੁਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਕਹਿੰਦੇ ਆ ਤੇ ਫਿਰ ਖਾਲਿਸਤਾਨ ਦੀਆਂ ਗੱਲਾਂ ਵੀ ਨਾਲ ਆਉਂਦੀਆਂ ਨੇ। ਕਈ ਈਵਨ ਕਿ ਇਹੋ ਜਿਹੀਆਂ ਪੋਸਟਾਂ ਸੋਸ਼ਲ ਮੀਡੀਆ ਤੇ ਆਮ ਦੇਖੀਆਂ ਜਾਂਦੀਆਂ ਨੇ ਕਿ ਜੇ ਖਾਲਿਸਤਾਨ ਕਹਿਣਾ ਜੁਰਮ ਹੈਗਾ ਤੇ ਫਿਰ ਹਿੰਦੂ ਰਾਸ਼ਟਰ ਕਹਿਣਾ ਉਹ ਵੀ ਜੁਰਮ ਹੈਗਾ। ਤੇ ਇਹ ਚੀਜ਼ਾਂ ਨੂੰ ਜਦੋਂ ਆਪਾਂ ਦੇਖੀਏ ਨਾ ਕਿ ਇਸ ਤਰ੍ਹਾਂ ਦੇ ਬਿਆਨ ਜਦੋਂ ਇੱਕ ਪਾਸਿਓਂ ਆਉਂਦੇ ਨੇ ਤੇ ਦੂਜੇ ਪਾਸਿਓਂ ਜਦੋਂ ਇਹਦੇ ਜਵਾਬਦਲਬੀ ਹੁੰਦੀ ਹੈ ਜਾਂ ਦੂਜੇ ਪਾਸੇ ਜਦੋਂ ਇਸ ਤਰ੍ਹਾਂ ਦੇ ਬਿਆਨ ਆਉਣਗੇ ਤੇ ਮਾਹੌਲ ਕਿਤੇ ਨਾ ਕਿਤੇ ਖਰਾਬ ਹੋਵੇਗਾ। ਕੌਮਾਂ ਨੂੰ ਆਪਣੀਆਂ ਹੱਦਬੰਦਾਂ ਦੇ ਵਿੱਚ ਰਹਿਣਾ ਚਾਹੀਦਾ ਹੈ। ਸਿੱਖ ਇੱਕ ਵੱਖਰੀ ਕੌਮ ਹੈ। ਇਹ ਚੀਜ਼ ਜਿਹੜੀ ਹੈਗੀ ਹੈ, ਕੱਲਾ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਬਿਨਾਂ ਕਿਸੇ ਉਹਦੇ ਤੋਂ ਕਹਿ ਰਹੇ ਹਾਂ, ਸਾਡੇ ਕੋਲ ਪ੍ਰੋਪਰ ਐਵੀਡੈਂਸ ਨੇ। ਸਾਡਾ ਇੱਕ ਰਾਜਨੀਤਿਕ ਰਾਜ ਰਿਹਾ ਹੈਗਾ ਔਰ ਸਾਰੀਆਂ ਕੌਮਾਂ ਨੇ ਤਸਲੀਮ ਕੀਤਾ ਹੈਗਾ। ਭਾਰਤ ਦੀ ਆਜ਼ਾਦੀ ਤੋਂ ਪਹਿਲਾਂ ਚਾਹੇ ਉਹ ਮੁਸਲਿਮ ਲੀਗ ਹੋਵੇ, ਅੰਗਰੇਜ਼ ਹੋਣ ਜਾਂ ਆਪਾਂ ਕਹਿ ਲਈਏ ਕਿ ਬਾਹਰਲੀਆਂ ਤਾਕਤਾਂ ਹੋਣ, ਉਹਨਾਂ ਨੇ ਸਿੱਖਾਂ ਨੂੰ ਵੱਖਰੀ ਕੌਮ ਜਿਹੜੀ ਹੈ ਤਸਦੀਕ ਕੀਤਾ ਹੈ। ਔਰ ਇਸ ਦੇ ਵਿੱਚ ਕੋਈ ਆਪਾਂ ਕਹਿ ਲਈਏ ਕਿ ਕੋਈ ਗੱਲ ਹੈ ਹੀ ਨਹੀਂ ਹੈ। ਜੇ ਤੁਸੀਂ ਹੁਣ ਬਾਰ-ਬਾਰ ਮੈਂ ਤੁਹਾਨੂੰ ਕੁਝ ਗਲਤ ਕਹੀ ਜਾਵਾਂ ਔਰ ਮੇਰੇ ਕੋਲ ਕੋਈ ਤੱਥ ਨਾ ਹੋਣ, ਇਹ ਤੇ ਫਿਰ ਗੱਲ ਕਹਿਣ ਵਾਲੇ ਦੀ ਵੀ ਜਿਹੜੀ ਹੈਗੀ ਆ, ਉਹਦੀ ਵੀ ਬੁੱਧੀ ਦੀ ਜਿਹੜੀ ਆਪਾਂ ਕਹਿ ਲਈਏ ਕਿ ਉਹ ਪੂਰੀ ਉਹਦੀ ਆਪਾਂ ਕਹਿ ਲਈਏ ਕਿ ਸਾਰਾ ਕੁਝ ਸਾਹਮਣੇ ਦਿਖਦਾ ਹੈ ਕਿ ਕਿੰਨਾ ਕੋਲ ਦਿਮਾਗ ਕੰਮ ਕਰਦਾ। ਆਪਣੀ ਨੁਮਾਇਸ਼ ਆਪ ਕਰਨ ਵਾਲੀ ਇਸ ਦੇ ਵਿੱਚ ਗੱਲ ਹੋ ਜਾਂਦੀ ਹੈ। ਬਿਲਕੁਲ ਜੀ, ਤੱਥਾਂ ਦੇ ਆਧਾਰ ਦੇ ਉੱਤੇ ਗੱਲ ਕੀਤੀ ਜਾਂਦੀ ਹੈ ਤੇ ਗੱਲ ਜਦ ਸਿੱਖ ਇਤਿਹਾਸ ਦੀ ਹੋਵੇ ਤਾਂ ਅਸੀਂ ਜਿਸ ਵੇਲੇ ਗੱਲ ਕਰਦੇ ਹਾਂ ਤਾਂ ਪੂਰੇ ਐਵੀਡੈਂਸ ਦੇ ਨਾਲ ਗੱਲ ਕਰਦੇ ਹਾਂ। ਬਹਿਰਾਲ ਕਿਸਾਨੀ ਮੋਰਚੇ ਦੀ ਗੱਲ ਜਗਜੀਤ ਸਿੰਘ ਜੀ ਤੁਸੀਂ ਕੀਤੀ ਹੈ, ਉਸ ਦੀ ਵੀ ਇਸ ਵੇਲੇ ਗੱਲ ਕਰ ਲਈਏ। ਕਿਸਾਨਾਂ ਦਾ ਮੋਰਚਾ ਇਸ ਵੇਲੇ ਹੁਣ ਪਟੜੀਆਂ ਤੋਂ ਉਤਰ ਕੇ ਪਲੇਟਫਾਰਮ ਤੱਕ ਚਲੇ ਗਏ ਨੇ, ਲੇਕਿਨ ਫਿਰ ਵੀ ਹਲੇ ਨਜ਼ਰ ਆ ਰਿਹਾ ਕਿ ਕਿਸਾਨ ਘੱਟ ਨਹੀਂ ਹੋਏ ਆਪਣੇ ਜੋਸ਼ ਨੂੰ ਲੈ ਕੇ। ਭਾਵੇਂ ਦਿੱਲੀ 'ਚ ਕੀਤੀ ਗਈ ਬੈਠਕ ਹੋਵੇ ਜਾਂ ਰੇਲ ਗੱਡੀਆਂ ਨੂੰ ਲੈ ਕੇ ਹਲੇ ਬਿਆਨ ਦਿੱਤਾ ਗਿਆ ਹੋਵੇ, ਭਾਵੇਂ ਮੁੱਖ ਮੰਤਰੀ ਵੱਲੋਂ ਚਾਹੇ ਕੇਂਦਰ ਵੱਲੋਂ। ਬਿਲਕੁਲ ਕਿਸਾਨੀ ਮੋਰਚੇ ਨੂੰ ਲੈ ਕੇ ਨਾ ਜੋ ਅਜੋਕੇ ਹਾਲਾਤ ਹੋਏ ਬਣ ਰਹੇ ਨੇ ਕਿ ਸੈਂਟਰ ਵਰਸਸ ਜਿਹੜਾ ਪੰਜਾਬ ਹੁਣ ਹੋ ਚੁੱਕੀ ਆ। ਕਿਉਂਕਿ ਜਿੱਥੇ ਕਿਸਾਨਾਂ ਨੇ ਜਿਹੜੀ ਖੁੱਲ੍ਹ ਦੇ ਦਿੱਤੀ ਸੀ ਕਿ ਤੁਸੀਂ ਜਿਹੜੀਆਂ ਮਾਲ ਗੱਡੀਆਂ ਹੈਗੀਆਂ ਉਹ ਆ ਸਕਦੀਆਂ ਨੇ, ਸੈਂਟਰ ਵੱਲੋਂ ਇਹ ਸ਼ਰਤ ਰੱਖੀ ਜਾਂਦੀ ਹੈ ਕਿ ਮਾਲ ਗੱਡੀਆਂ ਤੋਂ ਪਹਿਲਾਂ ਤੁਸੀਂ ਦੂਜੀਆਂ ਗੱਡੀਆਂ ਦੀ ਪਰਮਿਸ਼ਨ ਦਿਓ। ਔਰ ਉਸ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਵੀ ਬਿਆਨ ਆਇਆ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਇਸ ਦੇ ਨਾਲ ਤੁਸੀਂ ਕਿਸਾਨੀ ਸੰਘਰਸ਼ ਨੂੰ ਹੋਰ ਤੇਜ਼ ਕਰੋਗੇ ਜਾਂ ਤੁਸੀਂ ਹੈਗਾ ਕਿ ਕਿਸਾਨਾਂ ਨੂੰ ਹੋਰ ਜ਼ਿਆਦਾ ਨਿਰਾਸ਼ ਕਰੋਗੇ। ਹੁਣ ਜੇ ਕਿਸਾਨ ਨਿਰਾਸ਼ ਹੋਣਗੇ ਜਾਂ ਕਿਤੇ ਨਾ ਕਿਤੇ ਸੈਂਟਰ ਦਾ ਇਹ ਹੈਗਾ ਕਿ ਬੜਾ ਸਖਤ ਰਵੱਈਆ ਆਪਾਂ ਕਹਿ ਸਕਦੇ ਹਾਂ ਕਿ ਪਿੱਛੇ ਜਿਹੇ ਮੋਦੀ ਸਾਹਿਬ ਦਾ ਬਿਆਨ ਆਇਆ ਸੀ ਕਿ ਜੋ ਮਰਜ਼ੀ ਕਰ ਲਓ, ਨਾ ਤੇ 370 ਵਾਪਸ ਹੋਣੀ ਹੈ ਔਰ ਨਾ ਹੀ ਕਿਸਾਨੀ ਬਿੱਲ ਵਾਪਸ ਹੋਣੇ ਨੇ। ਔਰ ਆਪਾਂ ਦੇਖਿਆ ਕਿ ਹੁਣ ਜੋ ਹਾਲਾਤ ਪੈਦਾ ਹੋ ਰਹੇ ਨੇ ਕਿ ਭਾਜਪਾ ਦੇ ਜਿਹੜੇ ਆਪਾਂ ਕਹਿ ਲਈ ਕਿ ਕਾਰਜਕਰਤਾ ਹੈਗੇ ਨੇ ਉਹਨਾਂ ਦਾ ਘਿਰਾਵ ਹੋ ਰਿਹਾ ਹੈ, ਟ੍ਰੇਨਾਂ ਰੋਕੀਆਂ ਜਾ ਰਹੀਆਂ ਨੇ। ਫਿਰ ਉਸ ਤੋਂ ਬਾਅਦ ਕੀ ਹੋ ਰਿਹਾ ਕਿ ਆਪਾਂ ਦੇਖਿਆ ਕਿ ਕਿਤੇ ਨਾ ਕਿਤੇ ਥੋੜੀ ਕੁੱਟਮਾਰ ਵਾਲਾ ਜਿਹੜਾ ਮਾਹੌਲ ਹੈ ਉਹ ਬਣਿਆ ਹੋਇਆ ਹੈ ਜਾਂ ਭਾਜਪਾ ਵੱਲੋਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਹਰਕਤਾਂ ਕੀਤੀਆਂ ਜਾਂਦੀਆਂ ਨੇ ਜਾਣ ਬੁੱਝ ਕੇ। ਜਿਹੜਾ ਹੈਗਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਦੀ ਜੇ ਆਪਾਂ ਕਹੀਏ ਕਿ ਫੋਟੋ ਤੇ ਫੁੱਲ ਚੜਾਉਣ ਵਾਲੀ ਗੱਲ ਹੋਵੇ ਜਾਂ ਬਸਪਾ ਦੇ ਨਾਮ ਤੇ ਜਿਹੜੀਆਂ ਕਹਿ ਲਓ ਕਿ ਦਲਿਤਾਂ ਦੇ ਨਾਮ ਤੇ ਰੈਲੀਆਂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਉਹ ਕਿਤੇ ਨਾ ਕਿਤੇ ਅੱਗ 'ਚ ਤੇਲ ਪਾਉਣ ਵਾਲੀ ਜਿਹੜੀ ਗੱਲ ਹੈ ਕਿ ਉਹ ਚਾਹੁੰਦੇ ਨੇ ਕਿ ਅਸੀਂ ਜਿਹੜਾ ਹੈਗਾ ਕਿਸਾਨ ਸੰਘਰਸ਼ ਨੂੰ ਕਿਤੇ ਨਾ ਕਿਤੇ ਠੱਲ ਪਾ ਦਈਏ, ਕਿਤੇ ਨਾ ਕਿਤੇ ਇਹਨਾਂ ਦੇ ਵਿੱਚ ਪਾੜ ਪਾ ਦਈਏ, ਕਿਸਾਨ ਮਜ਼ਦੂਰ ਦੇ ਵਿੱਚ ਪਾੜ ਪਾ ਦਈਏ। ਇਹ ਤਰੀਕੇ ਦੀਆਂ ਜਿਹੜੀਆਂ ਕਾਰਵਾਈਆਂ ਨੇ ਕਿਤੇ ਨਾ ਕਿਤੇ ਵੱਧ ਰਹੀਆਂ ਨੇ। ਔਰ ਪਰ ਜਿਹੜਾ ਮੋਰਚਾ ਹੈ ਅਜੇ ਤੱਕ ਜਿਹੜਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਿਹਾ ਹੈ। ਔਰ ਜਿਹੜੀ ਵੱਡੀ ਗੱਲ ਇਸ ਵਾਰ ਦੇਖਣ ਨੂੰ ਆਈ ਕਿ ਦੁਸਹਿਰੇ ਤੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਤੇ ਆਪਾਂ ਕਹਿ ਲਈਏ ਕਿ ਜਾਂ ਜਿੰਨੇ ਵੀ ਬਿਜ਼ਨਸਮੈਨ ਹੈਗੇ ਆ, ਅੰਬਾਨੀ ਅੰਡਾਨੀ ਉਹਨਾਂ ਦੇ ਜਿਹੜੇ ਪੁਤਲੇ ਨੇ ਬੁੱਤ ਨੇ ਫੂਕੇ ਗਏ ਨੇ। ਔਰ ਜਿਸ ਦਾ ਕਿ ਬੀਜੇਪੀ ਨੇ ਵੀ ਇਤਰਾਜ਼ ਕੀਤਾ ਹੈਗਾ। ਉਹਨਾਂ ਨੇ ਕਿਹਾ ਕਿ ਕਿਤੇ ਨਾ ਕਿਤੇ ਇਹਨਾਂ ਦੇ ਪਿੱਛੇ ਕਾਂਗਰਸ ਦੀ ਸ਼ਮੂਲੀਅਤ ਹੈ। ਹੁਣ ਇਹ ਜਿਹੜਾ ਹੈਗਾ ਇਹ ਤੇ ਲੋਕਾਂ ਨੇ ਡਿਸਾਈਡ ਕਰਨਾ ਕਿ ਕਿਹਦੀ ਸ਼ਮੂਲੀਅਤ ਹੈ। ਪਰ ਜਿਹੜਾ ਮੋਰਚਾ ਇਸ ਟਾਈਮ ਹੈ ਚਰਮ ਸੀਮਾ ਤੇ ਹੈ। ਕਿਸਾਨਾਂ ਵੱਲੋਂ ਜਿਹੜਾ ਹੈਗਾ ਹੁਣ ਦਿੱਲੀ ਵੱਲ ਨੂੰ ਬਹੀਰਾ ਘੱਤਣ ਦੀ ਜਿਹੜੀ ਅਗਲੀ ਤਿਆਰੀ ਹੈ ਉਹ ਚੱਲ ਰਹੀ ਹੈ। ਉਹ ਕਿੰਨੀ ਕਾਮਯਾਬ ਹੁੰਦੀ ਹੈ ਇਹ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੀ ਪਤਾ ਲੱਗੇਗਾ।
ਔਰ ਦੂਸਰੇ ਬੰਨੇ ਜਿਹੜਾ ਆਪਾਂ ਦੇਖੀਏ ਨਾ ਕਿਤੇ ਫੈਡਰਲਿਜ਼ਮ ਦੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਨੇ। ਖਾਸ ਕਰਕੇ ਜਦੋਂ ਅਸੀਂ ਸਾਰੇ ਮੋਰਚਿਆਂ ਨੂੰ ਦੇਖਦੇ ਹੈਗੇ ਆ, ਖਾਸ ਕਰਕੇ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ ਮੋਰਚਾ ਲੱਗਿਆ ਹੋਇਆ ਹੈ, ਦੀਪ ਸਿੱਧੂ ਹੋਣਾ ਵੱਲੋਂ ਜਿਹੜਾ ਮੋਰਚਾ ਲੱਗਿਆ, ਉੱਥੇ ਜਿੰਨੇ ਵੀ ਸਪੀਕਰਸ ਆਉਂਦੇ ਨੇ ਉਹ ਕਈ ਵਾਰੀ ਜਿੱਦਾਂ ਕਾਫੀ ਸੁਲਝੀਆਂ ਹੋਈਆਂ ਗੱਲਾਂ ਕਰਦੇ ਨੇ। ਉਹ ਗੱਲ ਦੀ ਜੜ ਤੱਕ ਜਾਣ ਦੀ ਜਿਹੜੀ ਗੱਲ ਹੈ ਉਹਨਾਂ ਮੋਰਚਿਆਂ ਤੇ ਹੁੰਦੀ ਹੈ ਕਿ ਜੇ ਆਪਾਂ ਕਹਿ ਲਈ ਕਿ ਕੱਲਾ MSP ਇੱਕ ਛੋਟਾ ਜਿਹਾ ਮੁੱਦਾ ਹੈ, ਕੋਈ ਇਹ ਬਹੁਤਾ ਵੱਡਾ ਮੁੱਦਾ ਨਹੀਂ ਹੈ। ਮੰਨ ਲਓ ਕਿ ਸੈਂਟਰ ਅੱਜ ਤੁਹਾਨੂੰ MSP ਦੇ ਦਿੰਦੀ ਹੈ, ਕੀ ਮੁੱਦੇ ਹੱਲ ਹੋਣਗੇ? ਉਹਨਾਂ ਚਿੰਤਕਾਂ ਦਾ ਇਹ ਕਹਿਣਾ ਕਿ ਮੁੱਦਿਆਂ ਦੀ ਜੜ ਸਾਨੂੰ ਸਹੀ ਕਰਨੀ ਪਵੇਗੀ, ਕਿ ਪੰਜਾਬ ਨੂੰ ਆਪਣੀ ਖੁਦ ਮੁਖਤਿਆਰੀ ਲੈਣੀ ਪਵੇਗੀ। ਔਰ ਕਿਤੇ ਨਾ ਕਿਤੇ ਗੱਲ ਦੁਬਾਰਾ ਉਹੀ ਚੱਲ ਜਾਂਦੀ ਹੈ ਕਿ ਜਦੋਂ ਪਹਿਲਾ ਸੰਘਰਸ਼ ਚੱਲਿਆ ਸੀ, ਇਹਦੇ ਵਿੱਚ ਸਰਦਾਰ ਕਪੂਰ ਸਿੰਘ ਹੋਣਾ ਦਾ ਜਿਹੜਾ ਹੈਗਾ ਇੱਕ ਆਰਟੀਕਲ ਹੀ ਆਪਾਂ ਕਹਿ ਲਈਏ ਕਿ ਉਹ ਉਹਨਾਂ ਵੱਲੋਂ ਜਿਹੜਾ ਹੈਗਾ ਨਾ ਅਨੰਦਪੁਰ ਸਾਹਿਬ ਦੇ ਮਤੇ ਨੂੰ ਲੈ ਕੇ, ਜੋ ਪਹਿਲਾ ਮਤਾ ਜਿਹੜਾ ਅਨੰਦਪੁਰ ਸਾਹਿਬ ਦਾ ਸਰਦਾਰ ਕਪੂਰ ਸਿੰਘ ਵੱਲੋਂ ਲਿਖਿਆ ਗਿਆ ਸੀ, ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਹੈਗਾ ਇਸ ਨੂੰ ਹੋਰ ਵੱਡੇ ਤਰੀਕੇ ਦੇ ਨਾਲ, ਸੁਲਝੇ ਹੋਏ ਤਰੀਕੇ ਦੇ ਨਾਲ, ਜਾਂ ਆਪਾਂ ਕਹਿ ਲਈਏ ਐਕਸਪੈਂਸ਼ਨ ਕੀਤੀ ਗਈ ਸੀ। ਪਰ ਜੋ ਪਹਿਲਾ ਮਤਾ ਸੀ ਉਸ ਦੇ ਵਿੱਚ ਕੋਈ ਬਹੁਤੇ ਜ਼ਿਆਦਾ ਪੁਆਇੰਟ ਨੇ, ਥੋੜਾ ਜਿਹਾ ਤੁਹਾਨੂੰ ਮੈਂ ਪੜ੍ਹ ਕੇ ਵੀ ਦੱਸ ਦੇਣਾ ਕਿ ਉਸ ਦੇ ਵਿੱਚ ਸੀਗਾ ਕੀ। ਉਸ ਦੇ ਵਿੱਚ ਪਹਿਲਾਂ ਤਾਂ ਉਹਨਾਂ ਨੇ ਕਿਹਾ ਕਿ ਭਾਰਤ ਦੇ ਸਿੱਖ 17ਵੀਂ ਸਦੀ ਦੇ ਅੰਤਲੇ ਸਾਲਾਂ ਵਿੱਚ ਖਾਲਸਾ ਪੰਥ ਦੀ ਸਾਜਨਾ ਦੇ ਸਮੇਂ ਤੋਂ ਹੀ ਇਤਿਹਾਸਿਕ ਤੌਰ ਤੇ ਇੱਕ ਰਾਜਨੀਤਿਕ ਕੌਮ ਵਜੋਂ ਤਸਲੀਮ ਕੀਤੇ ਗਏ ਹਨ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਯੂਰਪ ਅਤੇ ਏਸ਼ੀਆ ਦੀਆਂ ਪ੍ਰਮੁੱਖ ਸ਼ਕਤੀਆਂ ਜਿਵੇਂ ਕਿ ਫਰਾਂਸ, ਇੰਗਲੈਂਡ, ਇਟਲੀ, ਰੂਸ, ਚੀਨ, ਤਿੱਬਤ, ਪਰਸ਼ੀਆ, ਅਫਗਾਨਿਸਤਾਨ, ਨੇਪਾਲ, ਕੰਪਨੀ ਬਹਾਦਰ, ਫੋਰਟ ਵਿਲੀਅਮ, ਕਲਕੱਤਾ ਵੱਲੋਂ 19ਵੀਂ ਸਦੀ ਦੇ ਅੱਧ ਤੱਕ ਅਤੇ ਫਿਰ ਮੁਲਕ ਛੱਡ ਕੇ ਜਾਂਦੇ ਫਿਰੰਗੀ, ਹਿੰਦੂ ਕਾਂਗਰਸ, ਭਾਰਤੀ ਮੁਸਲਿਮ ਲੀਗ ਵੱਲੋਂ 20ਵੀਂ ਸਦੀ ਤੇ ਅੱਧ ਤੱਕ ਤਸਲੀਮ ਕੀਤਾ ਗਿਆ ਤੇ ਕਬੂਲਿਆ ਜਾ ਚੁੱਕਾ। ਜੋ ਗੱਲ ਅਸੀਂ ਕਰ ਰਹੇ ਹਾਂ ਨਾ ਕਿ ਸਿੱਖ ਵੱਖਰੀ ਕੌਮ ਹੈ, ਸਿੱਖ ਇੱਕ ਰਾਜਸੀ ਸ਼ਕਤੀ ਹੈ, ਇਹ ਚੀਜ਼ਾਂ ਕਬੂਲ ਹੋ ਚੁੱਕੀਆਂ ਨੇ। ਔਰ ਇਸ ਦੇ ਵਿੱਚ ਜੋ ਮੇਨ ਆਪਾਂ ਮੰਗਾਂ ਤੇ ਆ ਲਈਏ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਸਿੱਖ ਮੰਗ ਕਰਦੇ ਹਨ ਕਿ ਸਭ ਤੋਂ ਪਹਿਲਾਂ ਬਿਨਾਂ ਦੇਰ ਕੀਤੀਆਂ ਭਾਰਤ ਦੇ ਉੱਤਰ ਵਿੱਚ ਇੱਕ ਖੁਦ ਮੁਖਤਿਆਰ ਖਿੱਤਾ ਕਾਇਮ ਕੀਤਾ ਜਾਵੇ, ਜਿੱਥੇ ਕਿ ਦੇਸ਼ ਦੀ ਬੁਨਿਆਦੀ ਨੀਤੀ ਵਜੋਂ ਸਿੱਖ ਹਿੱਤਾਂ ਦੀ ਸੰਵਿਧਾਨਿਕ ਤੌਰ ਤੇ ਪ੍ਰਮੁੱਖ ਅਤੇ ਖਾਸ ਅਹਿਮੀਅਤ ਤਸਲੀਮ ਕੀਤੀ ਜਾਵੇ। ਸੰਵਿਧਾਨ ਤੋਂ ਬਾਹਰ ਰਹਿ ਕੇ ਇਸ ਦੇ ਵਿੱਚ ਕੁਝ ਨਹੀਂ ਹੋਏਗਾ। ਦੂਸਰੀ ਗੱਲ ਉਹਨਾਂ ਨੇ ਕਹੀ ਕਿ ਇਸ ਖੁਦ ਮੁਖਤਿਆਰ ਖਿੱਤੇ ਵਿੱਚ ਮੌਜੂਦਾ ਭਾਰਤੀ ਪੰਜਾਬ ਅਤੇ ਹਰਿਆਣਾ ਦੇ ਕਰਨਾਲ, ਥਨੇਸਰ, ਅੰਬਾਲਾ ਜ਼ਿਲ੍ਹੇ, ਚੰਡੀਗੜ੍ਹ, ਹਿਮਾਚਲ ਅਤੇ ਕਾਂਗੜਾ ਜ਼ਿਲ੍ਹੇ ਦੇ ਸਮੇਤ ਹਰਿਆਣਾ ਅਤੇ ਹਿਮਾਚਲ ਦੇ ਪੰਜੌਰ, ਕਾਲਕਾ, ਡਲਹੌਜੀ, ਨਾਲਾਗੜ੍ਹ ਦੇ ਸਿਰਸਾ, ਗੂਲਾ, ਰਤੀਆ ਇਲਾਕੇ ਤੇ ਰਾਜਸਥਾਨ ਦਾ ਗੰਗਾਨਗਰ ਜ਼ਿਲ੍ਹਾ, ਤਾਂ ਜੋ ਸਿੱਖਾਂ ਦੀਆਂ ਨਾਲੋਂ ਨਾਲ ਲੱਗਦੀਆਂ ਪ੍ਰਮੁੱਖ ਆਬਾਦੀਆਂ, ਖਾਸ ਕਰਕੇ ਜਿਹੜੇ ਜ਼ਿਲ੍ਹੇ ਹੈਗੇ ਨੇ ਜਾਂ ਜਿਹੜੇ ਖੇਤਰ ਨੇ, ਆਪਾਂ ਕਹਿ ਲਈਏ ਕਿ ਜਦੋਂ ਪੰਜਾਬੀ ਸੂਬਾ ਬਣਿਆ ਨਾ ਤੇ ਇਹਨਾਂ ਨੂੰ ਬਾਹਰ ਤੱਕ ਦਿੱਤਾ ਗਿਆ। ਖਾਸ ਕਰਕੇ ਇੱਥੇ ਬੋਲੀ ਪੰਜਾਬੀ ਜਾਂਦੀ ਹੈ, ਅਜੇ ਵੀ ਉੱਥੇ ਪੰਜਾਬੀ ਬੋਲੀ ਜਾਂਦੀ ਹੈ, ਅਜੇ ਵੀ ਉੱਥੇ ਸਿੱਖ ਵੱਡੀ ਆਬਾਦੀ ਦੇ ਵਿੱਚ ਰਹਿੰਦੇ ਨੇ, ਤੇ ਇਹ ਖਿੱਤਿਆਂ ਦੀ ਮੰਗ ਕੀਤੀ ਕਿ ਪੰਜਾਬ ਦੇ ਵਿੱਚ ਜਾਂ ਇਸ ਖਿੱਤੇ ਦੇ ਵਿੱਚ ਸ਼ਾਮਲ ਹੋਣੇ ਚਾਹੀਦੇ ਨੇ। ਤੀਸਰੀ ਉਹਨਾਂ ਨੇ ਕਿਹਾ ਕਿ ਇਸ ਖੁਦ ਮੁਖਤਿਆਰ ਸਿੱਖ ਖਿੱਤੇ ਨੂੰ ਵਿਦੇਸ਼ੀ ਮਾਮਲੇ, ਸੁਰੱਖਿਆ, ਕਰੰਸੀ ਅਤੇ ਆਮ ਸੰਚਾਰ ਦੇ ਮਹਿਕਮਿਆਂ ਨੂੰ ਫੈਡਰਲ ਭਾਰਤ ਸਰਕਾਰ ਦੇ ਅਧਿਕਾਰ ਵਿੱਚ ਛੱਡ ਕੇ, ਮਤਲਬ ਜਿਹੜੇ ਆਮ ਇਸ ਦੇ ਵਿੱਚ ਆਪਾਂ ਕਹਿ ਲਈਏ ਕਿ ਵਿਦੇਸ਼ੀ ਮਾਮਲੇ ਹੋ ਜਾਣ, ਸੁਰੱਖਿਆ ਹੋ ਜੇ, ਕਰੰਸੀ ਹੋਵੇ, ਇਹ ਸਾਰਾ ਕੁਝ ਭਾਰਤ ਦੇ ਥੱਲੇ ਹੀ ਰਵੇ। ਇਸ ਤੇ ਕੋਈ ਵੱਖਵਾਦ ਦੀ ਕੋਈ ਗੱਲ ਇਹਦੇ ਵਿੱਚ ਨਹੀਂ ਹੈਗੀ। ਸੰਪੂਰਨ ਸੱਤਾ ਨੂੰ ਆਪਣੇ ਹੱਥ ਵਿੱਚ ਰੱਖਣ ਖਾਤਰ ਆਪਣਾ ਅੰਦਰੂਨੀ ਸੰਵਿਧਾਨ ਆਪ ਘੜਨ ਦਾ ਅਧਿਕਾਰੀ ਐਲਾਨ ਕੀਤਾ ਜਾਵੇ। ਮਤਲਬ ਇਹ ਜਿਹੜਾ ਤੀਸਰਾ ਮਤਾ ਹੈਗਾ, ਕਿਤੇ ਨਾ ਕਿਤੇ ਗੱਲ ਇੱਥੇ ਆ ਕੇ ਟੁੱਕਦੀ ਹੈ ਜਦੋਂ ਅਸੀਂ ਬਾਰ-ਬਾਰ ਕਹਿੰਦੇ ਨੇ ਕਿ ਰਾਜਾਂ ਨੂੰ ਵੱਧ ਅਧਿਕਾਰ ਅਨੰਦਪੁਰ ਸਾਹਿਬ ਦੇ ਮਤੇ ਦੇ ਵਿੱਚ, ਉਹ ਇਹੀ ਗੱਲਾਂ ਨੇ ਕਿ ਆ ਜਿਹੜਾ ਇਹਨਾਂ ਦੀ ਬਾਅਦ ਚੋਂ ਜਿਹੜੀ ਐਕਸਪੈਂਸ਼ਨ ਹੈ, ਅਕਾਲੀ ਦਲ ਵੱਲੋਂ ਜਿਹੜਾ ਮਤਾ ਸੀ ਉਦੋਂ ਰੱਖਿਆ ਵੀ ਗਿਆ, ਧਰਮ ਯੁੱਧ ਮੋਰਚੇ ਦੀ ਵੀ ਗੱਲ ਹੋਈ ਹੈ, ਸਾਰਾ ਕੁਝ ਇੱਥੋਂ ਇਹ ਇਤਿਹਾਸ ਸਾਡੇ ਸਾਹਮਣੇ ਪਿਆ ਹੈ ਜੀ। ਔਰ ਕਿਤੇ ਨਾ ਕਿਤੇ ਇਹ ਚੀਜ਼ਾਂ ਦੁਬਾਰਾ ਰਿਵਾਈਵ ਹੋ ਰਹੀਆਂ ਨੇ, ਸਾਹਮਣੇ ਆ ਰਹੀਆਂ ਨੇ। ਔਰ ਅੱਜ ਵੀ ਗੱਲ ਉੱਥੇ ਹੀ ਖੜੀ ਹੈ ਜੋ ਸਰਦਾਰ ਕਪੂਰ ਸਿੰਘ ਹੋਣਾ ਨੇ ਆਪਾਂ ਕਹਿ ਲਈਏ ਕਿ 40-50 ਸਾਲ ਪਹਿਲਾਂ ਜਿਹੜੀ ਚੀਜ਼ ਉਹਨਾਂ ਨੇ ਗੱਲ ਕਰਤੀ ਸੀ, ਅੱਜ ਵੀ ਅਸੀਂ ਉੱਥੇ ਹੀ ਖੜੇ ਹਾਂ। ਜੋ ਇਹ ਵੀਰ ਸੋਚ ਰਹੇ ਨੇ, ਕਹਿੰਦੇ ਨੇ ਕਿ ਮੁੱਦੇ ਦੀ ਜੜ ਜਿਹੜੀ ਹੈ ਨਾ, ਸਾਨੂੰ ਜੜ ਫੜਨੀ ਪਵੇਗੀ, ਨਹੀਂ ਤੇ ਜਿਹੜਾ ਹੈਗਾ ਦੁਬਾਰਾ ਜੇ ਆਪਾਂ ਕਹੀਏ ਕਿ ਮਸਲੇ ਜਿਹੜੇ ਇਸੇ ਤਰੀਕੇ ਦੇ ਨਾਲ ਆਉਂਦੇ ਰਹਿਣਗੇ, ਅੱਜ MSP ਹੈ, ਕੱਲ ਨੂੰ ਕੁਝ ਹੋਰ ਮਸਲਾ ਆ ਜਾਏਗਾ, ਪਰਸੋਂ ਨੂੰ ਕੁਝ ਹੋਰ ਆ ਜਾਏਗਾ, ਤੇ ਰਾਜਾਂ ਦੇ ਵੱਧ ਅਧਿਕਾਰ ਦੀ ਗੱਲ ਜਿਹੜੀ ਹੈ ਇਹਨਾਂ ਮਤਿਆਂ ਦੇ ਵਿੱਚ ਹੈਗੀ। ਔਰ ਇਹ ਜਿਹੜੀ ਆ ਉਹ ਵੀਰ ਕਰ ਰਹੇ ਨੇ ਜੀ। ਬਿਲਕੁਲ, ਜਿੱਥੇ ਗੱਲ ਆਉਂਦੀ ਹੈ ਕਿ ਸੂਬੇ ਦੇ ਅਧਿਕਾਰ ਵੱਧ ਹੋਣ ਜਾਂ ਕੇਂਦਰ ਦੇ ਅਧਿਕਾਰ ਆਪਣੀ ਥਾਂ ਮੁਬਾਰਕ ਨੇ, ਲੇਕਿਨ ਸੂਬਿਆਂ ਦੀ ਜਿੱਥੇ ਗੱਲ ਆਉਂਦੀ ਹੈ ਅਧਿਕਾਰਾਂ ਦੀ, ਤਦ ਉੱਥੇ ਫੈਡਰਲਿਜ਼ਮ ਦੇ ਢਾਂਚੇ ਦੇ ਵਿੱਚ ਉਹ ਅਧਿਕਾਰ ਖੋਏ ਨਹੀਂ ਜਾਣੇ ਚਾਹੀਦੇ। ਕਿ ਬਹਿਰਾਲ ਅਸੀਂ ਇਹਨਾਂ ਤਿੰਨਾਂ ਬਿੱਲਾਂ ਦੀ ਜਿਸ ਵੇਲੇ ਗੱਲ ਕਰਦੇ ਹਾਂ ਕਿ MSP, ਮੰਡੀਕਰਨ, ਕੰਟਰੈਕਟ ਫਾਰਮਿੰਗ, ਇਹ ਸਾਰੀਆਂ ਚੀਜ਼ਾਂ ਕਾਫੀ ਛੋਟੇ ਪੱਧਰ ਦੇ ਉੱਤੇ ਨੇ। ਜੇਕਰ ਅਸੀਂ ਇੱਕ ਵੱਡੀ ਨਿਗਾਹ ਤੋਂ ਕੇਂਦਰ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਗੱਲ ਫਿਰ ਉੱਥੇ ਉਹੀ ਆ ਜਾਂਦੀ ਹੈ ਕਿ ਇਹ ਧੀਰੇ ਕਹਿ ਲਈਏ ਕਾਫੀ ਧੀਮੀ ਰਫ਼ਤਾਰ ਦੇ ਨਾਲ, ਕਾਫੀ ਸਲੋਲੀ ਇਹ ਤੁਹਾਡੇ ਸਿਸਟਮ ਨੂੰ ਡੈਮੇਜ ਕਰਨ ਦੀਆਂ ਜੋ ਕੋਸ਼ਿਸ਼ਾਂ ਕੇਂਦਰ ਦੇ ਵੱਲੋਂ ਅੱਖ ਬੰਦ ਕਰਕੇ ਕੀਤੀ ਜਾਂਦੀ ਹੈ, ਉਹ ਤੂਰ ਨਹੀਂ ਤੁੱਕਾ ਕਦੇ ਨਾ ਕਦੇ ਲੱਗੇਗਾ ਹੀ। ਤੇ ਗੱਲ ਆਏਗੀ ਜਿਸ ਵੇਲੇ ਅਨੰਦਪੁਰ ਸਾਹਿਬ ਦੇ ਮਤੇ ਦੀ, ਤਦ ਤੱਕ ਅਸੀਂ ਆਪ ਇੰਨਾ ਕੁਝ ਆਪਣੇ ਹੱਥੀਂ ਉਸ ਪਾਸੇ ਦੇ ਚੁੱਕੇ ਹੋਵਾਂਗੇ ਕਿ ਸਾਡਾ ਅਨੰਦਪੁਰ ਸਾਹਿਬ ਦਾ ਮਤਾ ਕਾਫੀ ਜ਼ਿਆਦਾ
ਵੀਕ ਪੈ ਚੁੱਕਾ ਹੋਵੇਗਾ ਕੇਂਦਰ ਦੀਆਂ ਉਹਨਾਂ ਨੀਤੀਆਂ ਦੇ ਸਾਹਮਣੇ ਹੀ।